ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਦੋਂ ਹੁਣ ਬਾਬਾ ਈਸ਼ਰ ਸਿੰਘ ਜੀ ਝੋਰੜੇ ਬਿਰਾਜਮਾਨ ਸੀਗੇ, ਉਸ ਟਾਈਮ ਸੰਗਤਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਬੜੀਆਂ ਹੁੰਮ ਹੁਮਾ ਕੇ ਆਉਂਦੀਆਂ ਸੀ। ਉਹਨਾਂ ਟਾਈਮਾਂ ਦੇ ਵਿੱਚ ਬਾਬਾ ਈਸ਼ਰ ਸਿੰਘ ਹੁਣਾਂ ਦੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਕਿ ਆਪਾਂ ਇੱਥੇ ਝੋਰੜੀ ਸੰਪਟ ਪਾਠ ਸ਼ੁਰੂ ਕਰੀਏ। ਸੋ ਇਹ ਸੰਪਟ ਪਾਠ ਦਾ ਭੋਗ 28 ਦਿਨਾਂ ਵਿੱਚ ਪਾਉਣ ਦਾ ਵਿਚਾਰ ਕਰਕੇ ਬਾਬਾ ਜੀ ਨੇ ਸਾਰੇ ਪਾਠੀ ਸਿੰਘਾਂ ਨੂੰ ਬੁਲਾ ਕੇ ਤੇ ਸੰਪਟ ਪਾਠ ਰੱਖਣ ਦੀ ਸਾਰਿਆਂ ਦੇ ਨਾਲ ਗੱਲ ਸਾਂਝੀ ਕੀਤੀ। ਉਸ ਤੋਂ ਬਾਅਦ ਜਿੰਨੇ ਪਾਠੀ ਸਿੰਘ ਸੀ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਤੇ ਬਾਬਾ ਜੀ ਨੇ ਫਿਰ ਦੱਸਿਆ, ਕਹਿੰਦੇ ਭਾਈ ਜਿਸ ਨੇ ਸੰਪਟ ਪਾਠ 'ਚ ਹਿੱਸਾ ਲੈਣਾ ਹੈਗਾ, ਸੇਵਾ ਕਰਨੀ ਆ, ਉਹਦੇ ਵਾਸਤੇ ਉਹਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਪਊਗੀ। ਉਹਦੇ ਵਿੱਚ ਫਿਰ ਬਾਬਾ ਜੀ ਨੇ ਦੱਸਿਆ ਸੀਗਾ ਕਿ ਜਿੱਥੇ ਸਰੀਰਕ ਇਸ਼ਨਾਨ ਕਰਨਾ ਨਾਲ ਕੇਸੀ ਇਸ਼ਨਾਨ ਵੀ ਕਰਨਾ ਪੈਣਾ ਹੈ। ਉਸ ਤੋਂ ਬਾਅਦ ਫਿਰ ਸਵੱਛ ਬਸਤਰ ਚੋਲੇ ਆ ਉਹ ਵੀ ਨਾਲ ਬਦਲਣੇ ਆ ਹਰੇਕ ਰੌਲ ਦੇ ਟਾਈਮ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਦੱਸਿਆ ਸੀ ਕਿਸੇ ਵੀ ਪਾਠੀ ਸਿੰਘ ਨੇ ਕਿਸੇ ਦੇ ਨਾਲ ਕੋਈ ਫਾਲਤੂ ਗੱਲ ਨਹੀਂ ਕਰਨੀ। ਫਿਰ ਅੱਗੇ ਦੱਸਿਆ ਸੀ ਕਿ ਨਾ ਆਪ ਕਿਸੇ ਦੁਨਿਆਵੀ ਬੰਦੇ ਦੇ ਮੱਥੇ ਲੱਗਣਾ ਹੈਗਾ ਤੇ ਨਾ ਕਿਸੇ ਦੁਨਿਆਵੀ ਬੰਦੇ ਨੂੰ ਆਪਣੇ ਮੱਥੇ ਲਾਉਣਾ। ਉਸ ਤੋਂ ਬਾਅਦ ਬਾਬਾ ਜੀ ਨੇ ਦੱਸਿਆ ਸੀਗਾ ਕਿ ਪਾਠ ਕਰਨ ਤੋਂ ਬਾਅਦ ਜਦੋਂ ਪਹਿਰੇ ਦੀ ਸੇਵਾ ਤੁਸੀਂ ਕਰਨੀ ਆ ਤੇ ਪਹਿਰੇ ਦੀ ਸੇਵਾ ਦੇ ਨਾਲ ਆਪਣਾ ਵੱਖਰਾ ਨਿਤਨੇਮ ਵੀ ਕਰਨਾ। ਫਿਰ ਮਹਾਂਪੁਰਖਾਂ ਨੇ ਪਾਠੀ ਸਿੰਘਾਂ ਨੂੰ ਹਦਾਇਤਾਂ 'ਚ ਦੱਸਿਆ ਸੀਗਾ ਕਿ ਤੁਸੀਂ ਅੰਮ੍ਰਿਤ ਵੇਲੇ ਜਦ ਉੱਠਣਾ ਹੈ ਨਾ, ਜਦ ਜਾਣਾ ਹੈਗਾ ਪਹਿਰੇ ਦੇ ਉੱਤੇ, ਤੇ ਉਸ ਟਾਈਮ ਪਹਿਰੇ ਦੇ ਵਿੱਚ ਤੁਸੀਂ ਰਾਤ ਨੂੰ ਤਕਰੀਬਨ 1:30 ਵਜੇ ਤੋਂ ਲੈ ਕੇ 3 ਵਜੇ ਤੱਕ ਪਹਿਰੇ 'ਤੇ ਸੇਵਾ ਕਰਨੀ ਹੈ, ਰੌਲ ਲਾਉਣੀ ਆ। ਉਸ ਤੋਂ ਬਾਅਦ ਫਿਰ 3 ਵਜੇ ਤੋਂ 4:30 ਵਜੇ ਤੱਕ ਤੁਸੀਂ ਫਿਰ ਪਹਿਰੇ ਦੇ ਉੱਤੇ ਦੁਬਾਰਾ ਆਪਣੀ ਸੇਵਾ ਦੇਣੀ ਆ। ਇਹ ਤਾਦਕ ਜਿੰਨੀਆਂ ਸਾਰੀਆਂ ਹਦਾਇਤਾਂ ਸੀ ਨਾ ਬਾਬਾ ਈਸ਼ਰ ਸਿੰਘ ਹੁਣਾਂ ਨੇ ਪਾਠੀ ਸਿੰਘਾਂ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਦੇਖੋ ਜਦ ਇਹ ਪਾਠ ਸ਼ੁਰੂ ਹੋਣ ਲੱਗਾ ਤੇ ਬਾਬਾ ਜੀ ਨੇ ਇੱਕ ਬੇਨਤੀ ਹੋਰ ਸਾਰੇ ਪਾਠੀਆਂ ਸਿੰਘਾਂ ਦੇ ਅੱਗੇ ਕੀਤੀ। ਕਹਿੰਦੇ ਭਾਈ ਜਦ ਤੱਕ ਪਾਠ ਮੱਧ ਵਿੱਚ ਨਹੀਂ ਚਲਾਇਆ ਜਾਂਦਾ ਤਦ ਤੱਕ ਬਹੁਤ ਜ਼ਿਆਦਾ ਸੁਚਮਤਾ ਵਰਤਣੀ ਆ, ਕਿਉਂਕਿ ਮੱਧ ਤੱਕ ਪਾਠ ਪਹੁੰਚਣ ਦੇ ਟਾਈਮ ਕਲਯੁਗ ਕਦੇ ਵੀ ਆ ਕੇ ਇਹਦੇ ਵਿੱਚ ਵਿਘਨ ਪਾ ਸਕਦਾ ਹੈਗਾ। ਸੋ ਇਹ ਆਦਿਕ ਹਦਾਇਤ ਜਿਹੜੀ ਸੀ ਬਾਬਾ ਜੀ ਨੇ ਦੱਸੀ ਆ। ਪਾਠ ਦੀ ਆਰੰਭਤਾ ਹੋ ਗਈ। ਜਦ ਪਾਠ ਦੀ ਆਰੰਭਤਾ ਹੋਈ ਬੜੇ ਹੀ ਧਿਆਨ ਨਾਲ ਬੜੇ ਹੀ ਸੁਚਮਤਾ ਦੇ ਨਾਲ ਪਾਠੀ ਸਿੰਘਾਂ ਨੇ ਸੰਪਟ ਪਾਠ ਦੀ ਸੇਵਾ ਦੇ ਵਿੱਚ ਹਿੱਸਾ ਲਿਆ। ਅਤੇ ਕਈ ਸਿੰਘ ਜਿਹੜੇ ਸੀ ਉਹ ਇਹ ਦੱਸਦੇ ਹੁੰਦੇ ਸੀਗੇ ਕਿ ਜਦੋਂ ਅਸੀਂ ਰਾਤ ਨੂੰ ਸੰਪਟ ਪਾਠ ਦੀ ਰੌਲ ਲਾਉਂਦੇ ਹੁੰਦੇ ਸੀ ਉਸ ਟਾਈਮ ਸਾਨੂੰ ਕੀਰਤਨ ਦੀ ਇੱਕ ਬੜੀ ਮਧੁਰ ਆਵਾਜ਼ ਸੁਣਾਈ ਦਿੰਦੀ ਸੀ। ਐਸੀ ਆਵਾਜ਼ ਦੇ ਵਿੱਚ ਕੀਰਤਨ ਅਸੀਂ ਕਦੇ ਸਰਵਣ ਨਹੀਂ ਕੀਤਾ ਹੈ, ਕਿਉਂਕਿ ਅਸੀਂ ਉਸ ਟਾਈਮ ਰੌਲ ਦੇ ਵਿੱਚ ਮਗਨ ਹੁੰਦੇ ਸੀਗੇ। ਲੇਕਿਨ ਸਾਡਾ ਜਦੋਂ ਧਿਆਨ ਉਸ ਕੀਰਤਨ ਦੀ ਧੁਨੀ ਵੱਲ ਖਿੱਚਿਆ ਜਾਂਦਾ ਸੀਗਾ ਅਤੇ ਇੱਕ ਇਲਾਹੀ ਆਨੰਦ ਅੰਦਰੋਂ ਪ੍ਰਤੀਤ ਹੁੰਦਾ ਸੀਗਾ। ਸੋ ਇਹ ਕੀਰਤਨ ਦੀ ਆਵਾਜ਼ ਦੀ ਗੱਲ ਪਾਠੀ ਸਿੰਘਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਨਾਲ ਕੀਤੀ। ਕਹਿਣ ਲੱਗੇ ਮਹਾਂਪੁਰਖੋ ਜਦ ਰਾਤ ਹੁੰਦੀ ਆ ਕੋਈ ਗੈਵੀ ਆਵਾਜ਼ ਕੀਰਤਨ ਕਰਦੀ ਸਾਨੂੰ ਸੁਣਾਈ ਦਿੰਦੀ ਆ। ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਕਿਹਾ ਸੀਗਾ ਕਿ ਇਹ ਆਵਾਜ਼ ਹੋਰ ਕੋਈ ਨਹੀਂ, ਇਹ ਆਵਾਜ਼ ਭਾਈ ਮਰਦਾਨਾ ਜੀ ਦੀ ਆ। ਭਾਈ ਮਰਦਾਨਾ ਜੀ ਉਸ ਜਗ੍ਹਾ ਕੀਰਤਨ ਕਰਦੇ ਆ ਜਿਸ ਜਗ੍ਹਾ ਪੂਰੀ ਸ਼ੁੱਧਤਾ ਦੇ ਨਾਲ ਪੂਰੀ ਦਰਿਆ ਦਿਲੀ ਦੇ ਨਾਲ ਜਦੋਂ ਅਸੀਂ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਦੇ ਆ। ਉਸ ਤੋਂ ਬਾਅਦ ਇਹ ਜਿਹੜਾ ਸੰਪਟ ਪਾਠ ਇਸ ਤਰ੍ਹਾਂ ਚੱਲਦਾ ਰਿਹਾ। ਜਦ 10 ਕੁ ਦਿਨ ਹੋਏ, 10 ਕੁ ਦਿਨਾਂ ਦੇ ਬਾਅਦ ਹੈ ਨਾ ਭਾਈ ਨਿਹਾਲ ਸਿੰਘ ਜਿਹੜੇ ਸੀਗੇ ਇਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ, ਕਿਉਂਕਿ ਉਸ ਟਾਈਮ ਜਦ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀਗੇ ਅਤੇ ਸੁਖਮਨੀ ਸਾਹਿਬ ਦੀ ਪਾਠ ਦੇ ਵਿੱਚ ਜਦੋਂ ਇਹ ਪੰਕਤੀਆਂ ਆਈਆਂ ਕਿ ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁਟ ਜਾਤੇ। ਹਜੇ ਭਾਈ ਨਿਹਾਲ ਸਿੰਘ ਹੁਣਾਂ ਨੇ ਇਹ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਪੜ੍ਹੀਆਂ ਕਿ ਇੱਕ ਬਹੁਤ ਹੀ ਡਰਾਉਣੀ ਸ਼ਕਲ ਵਾਲਾ ਬੜਾ ਭੈਭੀਤ ਕਰਨ ਵਾਲੀ ਇੱਕ ਬਲਾ ਅੰਦਰ ਦਾਖਲ ਹੋ ਗਈ। ਜਦ ਦਾਖਲ ਹੋ ਗਈ ਤਾਂ ਉਸ ਨੇ ਫੜ ਕੇ ਭਾਈ ਨਿਹਾਲ ਸਿੰਘ ਨੂੰ ਬਾਹਾਂ ਤੋਂ ਫੜ ਕੇ ਇੱਕ ਕੰਧ ਦੇ ਵਿੱਚ ਬੜੇ ਜ਼ੋਰ ਦੇਣੀ ਪਟਕਾ ਮਾਰਿਆ। ਪਟਕਾਉਂਦੇ ਸਾਰ ਹੀ ਭਾਈ ਨਿਹਾਲ ਸਿੰਘ ਹੁਣਾਂ ਦੀ ਚੀਕ ਜਿਹੜੀ ਨਿਕਲੀ ਅਤੇ ਭਾਈ ਨਿਹਾਲ ਸਿੰਘ ਦੇ ਮੂੰਹੋਂ ਹੀ ਨਿਕਲ ਕੇ ਬਾਬਾ ਜੀ ਬਚਾਓ। ਜਦ ਇੰਨੀ ਗੱਲ ਕਹਿਣ ਦੀ ਢੇਰ ਸੀ ਤਾਂ ਭਾਈ ਨਿਹਾਲ ਸਿੰਘ ਜਿਹੜੇ ਸੀ ਅੱਧ ਬੇਸੁਰਤੀ ਹਾਲਤ ਦੇ ਵਿੱਚ ਉੱਥੇ ਡਿੱਗ ਪਏ। ਅਤੇ ਇਹ ਆਵਾਜ਼ ਚੀਕ ਦੀ ਸੁਣ ਕੇ ਅਤੇ ਉਸ ਟਾਈਮ ਫਿਰ 2 ਸਿੰਘ ਉੱਥੇ ਭੱਜੇ ਆਏ। ਉਹਨਾਂ ਦੇ ਵਿੱਚੋਂ ਇੱਕ ਤਾਂ ਸੰਤ ਨਰੈਣ ਸਿੰਘ ਸੀ, ਦੂਜੇ ਜੈ ਰਾਮ ਸਿੰਘ ਅੰਮ੍ਰਿਤਸਰੀ। ਇਹਨਾਂ ਨੇ ਆ ਕੇ ਨਾ ਫਿਰ ਭਾਈ ਨਿਹਾਲ ਸਿੰਘ ਉਹਨਾਂ ਨੂੰ ਚੱਕ ਕੇ ਉਹਦੇ ਸਰੀਰ ਨੂੰ ਘੁੱਟਣਾ ਸ਼ੁਰੂ ਕਰ ਦਿੱਤਾ। ਪਰ ਫਿਰ ਉਸ ਬੇਹੋਸ਼ੀ ਦੀ ਹਾਲਤ ਦੇ ਵਿੱਚ ਭਾਈ ਨਰੈਣ ਸਿੰਘ ਹੁਣਾਂ ਨੇ ਦੱਸਿਆ ਕਿ ਜਦੋਂ ਮੈਂ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਆਪਣੀ ਸਹਾਇਤਾ ਵਾਸਤੇ ਆਵਾਜ਼ ਮਾਰੀ ਸੀ ਅਤੇ ਉਹ ਜਿਹੜੀ ਭਿਆਨਕ ਬਲਾ ਸੀਗੀ ਜਿਸ ਨੂੰ ਅਸੀਂ ਕਲਯੁਗ ਕਹਿੰਦੇ ਹਾਂ
ਉਸਨੇ ਆਪਣਾ ਇੱਕਦਮ ਝੋਟੇ ਦਾ ਰੂਪ ਧਾਰਨ ਕਰ ਲਿਆ, ਬੜਾ ਵਿਕਰਾਲ ਝੋਟੇ ਦਾ ਰੂਪ ਧਾਰਨ ਕੀਤਾ ਤੇ ਝੋਟੇ ਦਾ ਰੂਪ ਧਾਰਨ ਕਰਕੇ ਆਪ ਬਾਬਾ ਈਸ਼ਰ ਸਿੰਘ ਹੁਣਾਂ 'ਤੇ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਉਹ ਬੈਠ ਗਿਆ। ਜਦ ਬੈਠ ਗਿਆ ਤਾਂ ਬਾਬਾ ਈਸ਼ਰ ਸਿੰਘ ਹੁਣਾਂ ਨੇ ਦੇਖਿਆ ਕਿ ਇਹ ਬਲਾ ਇਸ ਤਰ੍ਹਾਂ ਨਹੀਂ ਜਾਣੇ, ਕਿਉਂਕਿ ਲੱਤਾਂ ਦੇ ਭੂਤ ਜਿਹੜੇ ਆ ਉਹ ਬਾਤਾਂ ਦੇ ਨਾਲ ਨਹੀਂ ਮੰਨਦੇ। ਇਸ ਕਰਕੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਵੀ ਆਪਣਾ ਜਵਾਬ ਦੇਣ ਵਾਸਤੇ ਉਹਦੇ ਸਾਹਮਣੇ ਫਿਰ ਬੱਬਰ ਸ਼ੇਰ ਦਾ ਰੂਪ ਧਾਰਨ ਕੀਤਾ। ਭਾਈ ਨਿਹਾਲ ਸਿੰਘ ਨੇ ਦੱਸਿਆ ਕਿ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਹੜਾ ਰੂਪ ਬਾਬਾ ਈਸ਼ਰ ਸਿੰਘ ਹੁਣਾਂ ਨੇ ਬੱਬਰ ਸ਼ੇਰ ਦਾ ਲਿਆ ਸੀ, ਇਹਦੇ ਵਿੱਚ ਬੱਬਰ ਸ਼ੇਰ ਦਾ ਰੰਗ ਚਿੱਟਾ ਸੀਗਾ ਤੇ ਨਹੁੰ ਇਸ ਤਰ੍ਹਾਂ ਸੀਗੇ ਜਿਵੇਂ ਸੋਨੇ ਦੇ ਹੋਣ, ਤੇ ਬੱਬਰ ਸ਼ੇਰ ਦੀ ਪੂਛ ਹੀ ਇਸ ਤਰ੍ਹਾਂ ਹੁੰਦੀ, ਇਸ ਤਰ੍ਹਾਂ ਜਾਪੇ ਜਿਵੇਂ ਬਹੁਤ ਤਿੱਖੀ ਤਲਵਾਰ ਹੁੰਦੀ ਆ। ਇਸ ਤਰ੍ਹਾਂ ਮਹਾਂਪੁਰਖਾਂ ਦੇ ਬੱਬਰ ਸ਼ੇਰ ਦੇ ਰੂਪ ਦੇ ਵਿੱਚ ਦੰਦ ਇਸ ਤਰ੍ਹਾਂ ਸੀਗੇ ਜਿਵੇਂ ਅਸਮਾਨੀ ਬਿਜਲੀ ਚਮਕਦੀ ਆ। ਜਦ ਇਸ ਤਰ੍ਹਾਂ ਦਾ ਰੂਪ ਬਾਬਾ ਈਸ਼ਰ ਸਿੰਘ ਹੁਣਾਂ ਨੇ ਧਾਰਨ ਕੀਤਾ ਸੀਗਾ ਤੇ ਕਲਯੁਗ ਜਿਹੜਾ ਝੋਟੇ ਦਾ ਰੂਪ ਧਾਰਨ ਕਰਕੇ ਬਾਬਾ ਈਸ਼ਰ ਸਿੰਘ ਹੁਣਾਂ 'ਤੇ ਹਮਲਾ ਬੋਲਣ ਦੀ ਤਿਆਰੀ 'ਚ ਬੈਠਾ ਸੀਗਾ, ਤਾਂ ਮਹਾਂਪੁਰਖਾਂ ਦਾ ਇਹ ਰੂਪ ਦੇਖ ਕੇ ਉਸ ਟਾਈਮ ਉੱਥੋਂ ਭੱਜ ਗਿਆ ਸੀ। ਜਦ ਭੱਜ ਗਿਆ ਸੀ ਤਾਂ ਇੱਧਰੋਂ ਫਿਰ ਭਾਈ ਨਿਹਾਲ ਸਿੰਘ ਹੁਣਾਂ ਨੂੰ ਜਦ ਸੁਰਤ ਆਈ ਸੀ, ਫਿਰ ਇਹਨਾਂ ਨੇ ਨਾ ਸੰਤ ਨਰੈਣ ਸਿੰਘ ਹੁਣਾਂ ਨੂੰ ਆਖਿਆ ਸੀਗਾ ਕਿ ਮੈਂ ਠੀਕ ਹਾਂ, ਹੁਣ ਤੁਸੀਂ ਜਾ ਸਕਦੇ ਆ। ਪਰ ਫਿਰ ਵੀ ਇਹਦੀਆਂ ਸੱਟਾਂ ਨੂੰ ਦੇਖਦੇ ਹੋਏ ਜੈ ਰਾਮ ਸਿੰਘ ਹੁਣਾਂ ਨੇ ਫਿਰ ਇਹਦੇ ਮਲਮ ਪੱਟੀਆਂ ਵੀ ਕੀਤੀਆਂ ਤੇ ਇਹਨੂੰ ਦਵਾ ਦਾਰੂ ਵੀ ਦਿੱਤਾ ਤੇ ਕੁਛ ਟਾਈਮ ਆਰਾਮ ਕਰਨ ਵਾਸਤੇ ਕਹਿ ਦਿੱਤਾ। ਫਿਰ ਉਦਣ ਦੀ ਜਿਹੜੀ ਰੌਲ ਸੀ ਸੰਪਟ ਪਹਾੜ ਦੀ, ਇਸ ਘਟਨਾ ਕਰਕੇ ਨਿਹਾਲ ਸਿੰਘ ਹੁਣਾਂ ਨੇ ਤਾਂ ਇਹ ਸੇਵਾ ਜਿਹੜੀ ਸੀਗੀ ਆਰਾਮ ਦੇ ਵਿੱਚ ਬਤਾਈ ਆ। ਪਰ ਅਗਲੇ ਦਿਨ ਫਿਰ ਮੁੜ ਕੇ ਤਿਆਰ ਹੋ ਕੇ ਜਦ ਦੂਸਰੀ ਰੌਲ ਲਾਉਣ ਵਾਸਤੇ ਜਿਹੜੇ ਸੀਗੇ ਉਹ ਪਹੁੰਚੇ ਤੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ। ਜਦ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਇਹ ਗੱਲ ਕਹੀ ਆ, ਕਹਿੰਦੇ ਭਾਈ ਤਕੜੇ ਹੋ ਕੇ ਸੇਵਾ ਕਰੋ, ਹੁਣ ਕਲਯੁਗ ਤੁਹਾਡਾ ਕੋਈ ਨਹੀਂ ਵਿਗਾੜ ਸਕਦਾ। ਸੋ ਉਸ ਤੋਂ ਬਾਅਦ ਫਿਰ ਇਹ ਜਿਹੜਾ ਭੋਗ ਸੀਗਾ ਸੰਪਟ ਪਹਾੜ ਦਾ ਜਿਹੜਾ ਝੋਰੜੀ ਮਹਾਂਪੁਰਖਾਂ ਨੇ ਪਾਇਆ ਸੀ, 28 ਦਿਨਾਂ ਦੇ ਵਿੱਚ ਪੂਰਨ ਵਿਧੀ ਮਰਜ਼ਾਦਾ ਨਾਲ ਸਮਾਪਤ ਹੋਇਆ ਸੀਗਾ। ਸੋ ਉਸ ਤੋਂ ਬਾਅਦ ਭਾਈ ਨਿਹਾਲ ਸਿੰਘ ਹੁਣਾਂ ਦੇ ਅਵਸਥਾ ਜਿਹੜੀ ਸੀ ਕੁਛ ਐਸੀ ਹੋ ਗਈ ਸੀਗੇ, ਕੋਈ ਦੱਸਦੇ ਸੀਗੇ ਕਿ ਜਦੋਂ ਮੈਂ ਮੂਲ ਮੰਤਰ ਕਰਨਾ ਮੇਰੇ ਅੰਦਰੋਂ ਮੂਲ ਮੰਤਰ ਆਪਣੇ ਆਪ ਚੱਲਣ ਲੱਗ ਪੈਣਾ, ਜਦੋਂ ਕਿਤੇ ਜਪਜੀ ਸਾਹਿਬ ਦਾ ਪਾਠ ਕਰਨਾ ਤਾਂ ਜਪਜੀ ਸਾਹਿਬ ਦਾ ਪਾਠ ਹੀ ਸੁਣਾਈ ਦੇਣਾ ਹੈਗਾ। ਉਸ ਤੋਂ ਬਾਅਦ ਫਿਰ ਜਦੋਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰੀ ਪਹੁੰਚੇ ਤੇ ਇੱਥੇ ਵੀ ਮਹਾਂਪੁਰਖਾਂ ਨੇ ਫਿਰ ਇੱਕ ਸੰਪਟ ਪਾਠ ਰਖਾਇਆ ਸੀਗਾ। ਉਹਦੀ ਸੇਵਾ ਵਾਸਤੇ ਵੀ ਭਾਈ ਨਿਹਾਲ ਸਿੰਘ ਹੁਣੀ ਜਿਹੜੇ ਸੀਗੇ ਉਹ ਪਹੁੰਚ ਗਏ ਸੀਗੇ ਤੇ ਇਹਨਾਂ ਨੇ ਦੱਸਿਆ ਸੀਗਾ ਕਿ ਉਸ ਦਿਨ ਮੱਸਿਆ ਸੀ ਤੇ ਚੌਥੇ ਦਾ ਦਿਨ ਸੀਗਾ ਤੇ ਮੈਂ ਮਨ ਦੇ ਵਿੱਚ ਵਿਚਾਰ ਬਣਾਈ ਵੀ ਅੱਜ ਬਾਬਾ ਈਸ਼ਰ ਸਿੰਘ ਹੁਣਾਂ ਦੇ ਪਾਸ ਰਾਤ ਰਹਿਣਾ ਹੈਗਾ। ਜਦੋਂ ਕਹਿੰਦੇ ਮੈਂ ਬਾਬਾ ਈਸ਼ਰ ਸਿੰਘ ਹੁਣਾਂ ਦੇ ਪਾਸ ਰਾਤ ਰਿਹਾ, ਤਕਰੀਬਨ ਕਹਿੰਦੇ ਰਾਤ ਨੂੰ 11 ਵਜੇ ਸੀਗੇ ਤੇ ਇੱਕ ਬੜਾ ਹੀ ਸੁੰਦਰ ਦ੍ਰਿਸ਼ ਕਹਿੰਦੇ ਮੈਂ ਸੁਪਨ ਦੇ ਵਿੱਚ ਦੇਖਿਆ। ਉਹ ਕੀ ਸੀਗਾ, ਕਹਿੰਦੇ ਇੱਕ ਹਿੰਦੂ ਜੰਮਾ ਪਹਿਨੀ ਤੇ ਬਹੁਤ ਵੱਡੀ ਪੱਗ ਬੰਨ੍ਹਿਆ ਹੋਇਆ ਤੇ ਜਿਹਨੇ ਇੱਕ ਧੋਤੀ ਵੀ ਪਹਿਨੀ ਸੀ, ਉਹ ਆਦਮੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਪਾਸ ਆਇਆ ਤਾਂ ਕਹਿੰਦੇ ਅਸੀਂ ਕੀ ਦੇਖਿਆ ਕਿ ਉਹਦੇ ਹੱਥ ਦੇ ਵਿੱਚ ਇੱਕ ਲਾਲ ਸੀਗਾ, ਉਹ ਲਾਲ ਇੰਨਾ ਚਮਕਦਾ ਸੀਗਾ ਜਿਵੇਂ ਕਿਸੇ ਦੀ ਲਾਲਟਨ ਚਮਕਦੀ ਹੋਵੇ ਤੇ ਕਹਿੰਦੇ ਉਸ ਚਮਕ ਦੇ ਵਿੱਚ ਉਸ ਨੇ ਇਹ ਲਾਲ ਇੱਕ ਥਾਲ ਦੇ ਵਿੱਚ ਪਾਇਆ, ਥਾਲ ਦੇ ਵਿੱਚ ਪਾ ਕੇ ਤੇ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਮੱਥਾ ਟੇਕਿਆ। ਜਦ ਕਹਿੰਦੇ ਮੱਥਾ ਟੇਕਿਆ ਤੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਹਦੇ ਵੱਲ ਨੇਤਰ ਕੀਤੇ ਤੇ ਉਹਨੂੰ ਅੱਖਾਂ ਲੈ ਕੇ ਕਹਿੰਦੇ ਸਾਲਸਰਾਏ ਜੌਹਰੀ ਇਹ ਕੀ ਲੈ ਕੇ ਆਇਆ। ਜਦ ਇੰਨੀ ਗੱਲ ਹੋਈ ਤਾਂ ਸਾਲਸਰਾਏ ਨੇ ਜੋ ਹੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਦਰਸ਼ਨ ਕੀਤੇ, ਦੇਖਦਿਆਂ ਸਾਰੀ ਸਾਲਸਰਾਏ ਜੌਹਰੀ ਬੜਾ ਹੈਰਾਨ ਹੋ ਗਿਆ ਕਿਉਂਕਿ ਜਿਹੜਾ ਲਾਲ ਉਹਨੇ ਬਾਬਾ ਈਸ਼ਰ ਸਿੰਘ ਹੁਣਾਂ ਦੀ ਸੇਵਾ 'ਚ ਭੇਟ ਕੀਤਾ ਸੀ ਉਹਦੇ ਨਾਲੋਂ ਕਈ ਹਜ਼ਾਰ ਗੁਣਾ ਚਮਕ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਿਹਰੇ 'ਤੇ ਉਹਨੇ ਝਲਕਦੀ ਦੇਖੀ ਸੀ ਤੇ ਮਨ ਦੇ ਵਿੱਚ ਹੈਰਾਨ ਹੋ ਗਿਆ ਸੀਗਾ ਕਿ ਜਿਹੜਾ ਲਾਲ ਮੈਂ ਬਾਬਾ ਈਸ਼ਰ ਸਿੰਘ ਹੁਣਾਂ ਦੀ ਸੇਵਾ 'ਚ ਭੇਟ ਕੀਤਾ ਉਹਦੀ ਜਿਹੜੀ ਚਮਕ ਹੈਗੀ ਆ ਉਹ ਤਾਂ ਇਸ ਤਰ੍ਹਾਂ ਰਹਿ ਗਈ ਆ ਜਿਵੇਂ ਸੂਰਜ ਦੇ ਅੱਗੇ ਟਟੈਣੀ ਦੀ ਰੋਸ਼ਨੀ ਆ। ਫਿਰ ਸਾਲਸਰਾਏ ਜੌਹਰੀ ਨੇ ਬਾਬਾ ਈਸ਼ਰ ਸਿੰਘ ਹੁਣਾਂ ਦੀ ਉਪਮਾ ਕੀਤੀ। ਉਪਮਾ ਕਰਨ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਸਾਲਸਰਾਏ ਜੌਹਰੀ ਸਾਰੀ ਸੁੱਖ ਸ਼ਾਂਤ ਵੀ ਪੁੱਛੀ ਆ। ਉਸ ਤੋਂ ਬਾਅਦ ਫਿਰ ਸਾਲਸਰਾਏ ਜੌਹਰੀ ਨੂੰ ਪ੍ਰਸ਼ਾਦ ਵੀ ਦਿੱਤਾ। ਉਸ ਤੋਂ ਬਾਅਦ ਫਿਰ ਸਾਲਸਰਾਏ ਜੌਹਰੀ ਜਿਹੜਾ ਚਲਾ ਗਿਆ ਤੇ ਇਹ ਸੁਪਨਾ ਜਿਹੜਾ ਸੀਗਾ ਇਹ ਭਾਈ ਨਿਹਾਲ ਸਿੰਘ ਹੁਣਾਂ ਨੇ ਉਸ ਰਾਤ ਦੇਖਿਆ। ਜਦ ਰਾਤ ਦੇਖਿਆ ਤੇ ਮੱਸਿਆ ਦਾ ਜਦ ਦੀਵਾਨ ਦਿਨੇ ਲੱਗਾ ਉਸ ਟਾਈਮ 'ਤੇ ਭਾਈ ਕੇਰ ਸਿੰਘ ਹੁਣਾਂ ਨੇ ਕੀਰਤਨ ਕੀਤਾ ਸੀਗਾ, ਸੰਗਤ ਬਹੁਤ ਆਈ। ਉਸ ਤੋਂ ਬਾਅਦ ਫਿਰ ਜਦ ਇਹ ਦੀਵਾਨ ਦੀ ਸਮਾਪਤੀ ਹੋਈ, ਸੰਗਤ ਪ੍ਰਸ਼ਾਦਾ ਪਾਣੀ ਛਕ ਕੇ ਆਪਣੇ ਘਰਾਂ ਨੂੰ ਚਲ ਗਈ ਤੇ ਫਿਰ ਨਿਹਾਲ ਸਿੰਘ ਜਿਹੜੇ ਸੀਗੇ ਰਾਤ ਨੂੰ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਗਏ। ਜਦ ਚਰਨਾਂ 'ਚ ਗਏ ਉੱਥੇ ਜਾ ਕੇ ਮੱਥਾ ਟੇਕਿਆ।
ਜਦੋਂ ਮੱਥਾ ਟੇਕ ਕੇ ਬੈਠਣ ਲੱਗੇ ਤਾਂ ਬਾਬਾ ਈਸ਼ਰ ਸਿੰਘ ਹੁਣਾਂ ਦੇ ਰਸਨਾ ਤੋਂ ਹੀ ਲਫ਼ਜ਼ ਨਿਕਲਿਆ, ਕਹਿੰਦੇ ਭਾਈ ਸਾਲਸਰਾਏ ਜੌਹਰੀ ਹੋਰ ਸੁਣਾਓ ਕੀ ਹਾਲ ਆ। ਜਦ ਸਾਲਸਰਾਏ ਜੌਹਰੀ ਦਾ ਬਾਬਾ ਈਸ਼ਰ ਸਿੰਘ ਹੁਣੇ ਨਾਂ ਲਿਆ ਤੇ ਭਾਈ ਨਿਹਾਲ ਸਿੰਘ ਜਿਹੜੇ ਸੀਗੇ ਹੈਰਾਨ ਹੋ ਕੇ ਉਹ ਜਿਹੜਾ ਰਾਤ ਸੁਪਨਾ ਦੇਖਿਆ ਸੀ ਸਾਲਸਰਾਏ ਜੌਹਰੀ ਦਾ, ਉਹ ਸਾਰਾ ਅੱਖਾਂ ਦੇ ਅੱਗੇ ਆ ਗਿਆ। ਤੇ ਬਾਬਾ ਜੀ ਨੂੰ ਕਹਿਣ ਲੱਗਿਆ, ਕਹਿੰਦੇ ਮਹਾਂਪੁਰਖੋ ਮੈਂ ਤਾਂ ਸਾਲਸਰਾਏ ਜੌਹਰੀ ਦੇ ਪੈਰਾਂ ਵਰਗਾ ਵੀ ਨਹੀਂ ਆ। ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਨਿਹਾਲ ਸਿੰਘ, ਇਹ ਜਿਹੜੀਆਂ ਅਮਰ ਰੂਹਾਂ ਹੁੰਦੀਆਂ ਨਾ, ਆਤਮਿਕ ਆਨੰਦ ਅਵਸਥਾ ਵਿੱਚ ਰਹਿਣ ਵਾਲੀਆਂ, ਜਿਵੇਂ ਸਾਲਸਰਾਏ ਜੌਹਰੀ ਆ, ਸਾਲਸਰਾਏ ਜੌਹਰੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਲਾਇਆ। ਇਹ ਸਾਲਸਰਾਏ ਜੌਹਰੀ ਅੱਜ ਵੀ ਮਹਾਂਪੁਰਖਾਂ ਦੇ ਦਰਸ਼ਨਾਂ ਦੇ ਵਾਸਤੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵਿਚਰਦੇ ਆ ਤੇ ਇਹ ਹੁਣ ਵੀ ਉਸੇ ਤਰ੍ਹਾਂ ਹੈਗੇ ਆ ਜਿਸ ਤਰ੍ਹਾਂ ਪਹਿਲਾਂ ਸੀਗੇ। ਸੋ ਕਹਿਣ ਤੋਂ ਬਾਅਦ ਬਾਬਾ ਜੀ ਦਾ ਸੀਗਾ ਕਿ ਜਿਹੜੇ ਸਾਲਸਰਾਏ ਜੌਹਰੀ ਉਹ ਅੱਜ ਵੀ ਹਾਜ਼ਰ ਨਾਜ਼ਰ ਵਾ, ਉਹ ਕਿਤੇ ਨਹੀਂ ਗਏ। ਸੋ ਜਿਵੇਂ ਸਾਲਸਰਾਏ ਜੌਹਰੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਦਰਸ਼ਨਾਂ ਦੇ ਵਾਸਤੇ ਆਇਆ ਸੀ ਤੇ ਨਾਲ ਉਹ ਇੱਕ ਬਹੁਤ ਵਡਮੁੱਲਾ ਹੀਰਾ ਨਗੀਨਾ ਭੇਟ ਕੀਤਾ ਸੀ, ਪਰ ਮਹਾਂਪੁਰਖਾਂ ਦਾ ਤੇਜ ਤਪ ਦੇਖ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ ਦੀ ਪ੍ਰਕਾਸ਼ਮਈ ਜੋਤ ਨੂੰ ਦੇਖ ਕੇ ਨਾ ਸਾਲਸਰਾਏ ਜੌਹਰੀ ਨੇ ਬਾਬਾ ਈਸ਼ਰ ਸਿੰਘ ਹੁਣਾਂ ਦੀ ਉਪਮਾ ਕੀਤੀ ਸੀ ਤੇ ਵਾਪਸ ਚਲਾ ਗਿਆ ਸੀਗਾ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਦੁਬਾਰਾ ਫਿਰ ਇੱਕ ਸੰਪਟ ਪਾਠ ਸ਼ੁਰੂ ਕਰਨ ਦਾ ਮਨ ਦੇ ਵਿੱਚ ਫੁਰਨਾ ਬਣਾਇਆ। ਉਸੇ ਤਰ੍ਹਾਂ ਸਾਰੇ ਪਾਠੀ ਬੁਲਾਏ, ਉਹਨਾਂ ਨੂੰ ਇਸ ਤਰ੍ਹਾਂ ਹਦਾਇਤਾਂ ਦਿੱਤੀਆਂ ਤੇ ਇਹਦੇ ਵਿੱਚ ਭਾਈ ਨਿਹਾਲ ਸਿੰਘ ਹੁਣੇ ਵੀ ਸੇਵਾ ਵਾਸਤੇ ਪਹੁੰਚੇ। ਜਦੋਂ ਪਹੁੰਚੇ ਇਹਨਾਂ ਨੇ ਬਾਬਾ ਜੀ ਦੇ ਨਾਲ ਇੱਕ ਆਪਣੀ ਘਰੇਲੂ ਗੱਲ ਸਾਂਝੀ ਕੀਤੀ। ਉਹਦੇ ਵਿੱਚ ਇਹਨਾਂ ਨੇ ਬਾਬਾ ਜੀ ਨੂੰ ਆਖਿਆ ਸੀਗਾ ਕਿ ਜਦੋਂ ਮੈਂ ਘਰ ਜਾਂਦਾ ਤੇ ਮੇਰੇ ਪਰਿਵਾਰ ਵਾਲੇ ਜਿਹੜੇ ਆ ਉਹ ਬੜਾ ਰੋਕ ਟੋਕ ਕਰਦੇ ਆ। ਉਹ ਕਹਿੰਦੇ ਆ ਕਿ ਤੂੰ ਸੰਤਾਂ ਦੇ ਨਾਲ ਰਲ ਚੱਲਾ ਹੈਗਾ, ਆਖਰ ਰੋਟੀ ਤਾਂ ਘਰ ਖਾਣੀ ਆ, ਘਰ ਦਾ ਕੰਮ ਛੱਡ ਕੇ ਤੂੰ ਬਾਹਰ ਸੰਗਤਾਂ ਦੀ ਸੇਵਾ ਦੇ ਵਿੱਚ ਰੁੱਝ ਗਿਆ ਹੈਗਾ। ਇਹ ਤੱਕ ਜਿਹੜੀਆਂ ਗੱਲਾਂ ਸੀਗੀਆਂ ਇਹ ਭਾਈ ਨਿਹਾਲ ਸਿੰਘ ਹੁਣਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਜਦ ਕੀਤੀਆਂ ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਦੇਖ ਨਿਹਾਲ ਸਿੰਘ, ਮਾਤਾ ਪਿਤਾ ਨੂੰ ਕਦੀ ਵੀ ਬੁਰਾ ਭਲਾ ਨਹੀਂ ਕਰਨਾ, ਅਗਰ ਉਹ ਤਾੜਨਾ ਕਰਦੇ ਵੀ ਆ ਨਾ ਤੇ ਉਹਨਾਂ ਦੀ ਤਾੜਨ ਨੂੰ ਸਹਾਰਨਾ ਹੈਗਾ। ਫਿਰ ਬਾਬਾ ਜੀ ਨੇ ਆਖਿਆ ਸੀ, ਦੇਖੋ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਦੀਆਂ ਚਪੇੜਾਂ ਨੂੰ ਜਿਹੜਾ ਸੀਗਾ ਉਹ ਆਪਣੇ ਅੰਦਰ ਬਰਦਾਸ਼ਤ ਕੀਤਾ ਸੀਗਾ, ਕਿਸੇ ਤਰ੍ਹਾਂ ਦਾ ਕੋਈ ਮੰਦਾ ਚੰਗਾ ਕੋਈ ਵੀ ਲਫ਼ਜ਼ ਮੂੰਹੋਂ ਨਹੀਂ ਸੀ ਕੱਢਿਆ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਨਿਹਾਲ ਸਿੰਘ ਨੂੰ ਦੱਸਿਆ ਸੀ, ਕਹਿੰਦੇ ਦੇਖ ਮਹਾਂਪੁਰਖਾਂ ਦੀ ਚਾਗਰੀ ਬੜੀ ਕਰੜੀ ਹੈਗੀ ਆ, ਪਰ ਇਹਦਾ ਸੁੱਖ ਬਹੁਤ ਵੱਡਾ ਹੈਗਾ, ਐਡਾ ਸੁੱਖ ਵੱਡਾ ਹੈਗਾ। ਬਾਬਾ ਈਸ਼ਰ ਸਿੰਘ ਹੁਣਾਂ ਨੇ ਨਿਹਾਲ ਸਿੰਘ ਨੂੰ ਦੱਸਿਆ ਸੀ ਕਿ ਇਹਦੇ ਨਾਲ 21 ਕੁੱਲਾਂ ਤਰ ਜਾਣੀਆਂ। ਇੱਥੋਂ ਤੱਕ ਬਾਬਾ ਜੀ ਨੇ ਬਚਨ ਕੀਤੇ ਸੀਗੇ, ਕਹਿਣ ਲੱਗੇ ਦੇਖ ਨਿਹਾਲ ਸਿੰਘ, ਇਹਨਾਂ 21 ਕੁੱਲਾਂ ਦੇ ਵਿੱਚੋਂ ਅਗਰ ਕੋਈ ਵੀ ਪ੍ਰਾਣੀ ਨਰਕ ਭੋਗ ਰਿਹਾ ਹੈਗਾ ਤੇ ਉਹਦੀ ਵੀ ਵੰਦ ਖਲਾਸੀ ਹੋ ਜਾਂਦੀ ਹੈ, ਉਹਨਾਂ ਨੂੰ ਵੀ ਫਿਰ ਸੁਰਗਾਂ 'ਚ ਭੇਜ ਦਿੱਤਾ ਜਾਂਦਾ ਹੈ। ਸੋ ਇਹ ਤਾਤਕ ਬਚਨ ਬਾਬਾ ਜੀ ਨੇ ਜਦ ਨਿਹਾਲ ਸਿੰਘ ਹੁਣਾਂ ਨੇ ਕੀਤੇ ਸੀਗੇ ਤੇ ਫਿਰ ਜਦ ਇਹ ਸੰਪਟ ਪਾਠ ਨਾਨਕਸਰ ਕਲੇਰੀ ਸ਼ੁਰੂ ਹੋਇਆ ਸੀਗਾ, ਉਹਦੇ ਵਿੱਚ ਫਿਰ ਜਦ 10 ਕੁ ਦਿਨ ਹੋਏ ਫਿਰ ਭਾਈ ਨਿਹਾਲ ਸਿੰਘ ਹੁਣਾਂ ਨੇ ਇਹ ਜਿਹੜੀ ਗੱਲ ਸੀਗੀ ਇਹ ਬਾਬਾ ਜੀ ਨਾਲ ਸਾਂਝੀ ਕੀਤੀ ਸੀ। ਕਹਿੰਦੇ ਬਾਬਾ ਜੀ ਵੀ ਅੱਜ ਮੈਨੂੰ ਸੁਪਨਾ ਆਇਆ ਬੜੇ ਸਾਲਾਂ ਬਾਅਦ, ਕਹਿੰਦੇ ਮੇਰੀ ਦਾਦੀ ਮੈਨੂੰ ਸੁਪਨੇ 'ਚ ਆਈ ਤੇ ਉਹਨੇ ਮੈਨੂੰ ਕਹਿੰਦੇ ਬੜੀ ਭਾਰੀ ਸੀਸ ਦਿੱਤੀ। ਮੇਰੀ ਦਾਦੀ ਜੀ ਕਹਿੰਦੇ ਮੈਨੂੰ ਆ ਕਰਿਆ ਸੀ, ਕਹਿੰਦੇ ਪੁੱਤਰ ਤੂੰ ਧੰਨਵਾ, ਅਸੀਂ ਤੇਰਾ ਦਿੱਤਾ ਕਦੀ ਦੇ ਨਹੀਂ ਸਕਦੇ। ਕਹਿੰਦੇ ਇਹ ਦੋ ਬਚਨ ਮੇਰੀ ਦਾਦੀ ਜੀ ਨੇ ਮੈਨੂੰ ਜਿਹੜੇ ਸੀ ਉਹ ਕਹੇ ਸੀ ਤੇ ਉਹ ਤੋਂ ਬਾਅਦ ਇਹ ਸੀਸ ਦੇ ਕੇ ਕਹਿੰਦੇ ਮੈਂ ਕੀ ਦੇਖਾ, ਇੱਕ ਵਿਮਾਨ ਆਇਆ, ਉਹਦੇ ਵਿੱਚ ਬੜੇ ਸਤਿਕਾਰ ਦੇ ਨਾਲ ਵਿਮਾਨ ਦੇ ਵਿੱਚੋਂ ਜਿਹੜੇ ਦੇਵਲੋਕ ਦੇ ਵਾਸੀ ਉਤਰੇ ਆ, ਉਹਨਾਂ ਨੇ ਮੇਰੀ ਦਾਦੀ ਜੀ ਨੂੰ ਵਿਮਾਨ ਦੇ ਵਿੱਚ ਬਿਠਾ ਲਿਆ ਤੇ ਵਿਮਾਨ ਜਿਹੜਾ ਸੀਗਾ ਉੱਥੋਂ ਸੁਰਗਪੁਰੀ ਨੂੰ ਰਵਾਨਾ ਹੋ ਗਿਆ ਸੀਗਾ। ਸੋ ਇਹ ਤਾਤਕ ਜਿਹੜੀ ਘਟਨਾ ਸੀ ਜਦ ਭਾਈ ਨਿਹਾਲ ਸਿੰਘ ਉਹਨਾਂ ਨੇ ਬਾਬਾ ਜੀ ਨਾਲ ਸਾਂਝੀ ਕੀਤੀ ਤੇ ਫਿਰ ਬਾਬਾ ਜੀ ਸੁਣ ਕੇ ਭਾਈ ਨਿਹਾਲ ਸਿੰਘਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਹ ਸਾਰਾ ਕੁਛ ਮਹਾਂਪੁਰਖਾਂ ਦੀ ਸੇਵਾ ਦੀ ਬਦੌਲਤ ਹੁੰਦਾ ਹੈਗਾ, ਕਿਉਂਕਿ ਬਾਬਾ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ। ਜਿਹੜੀ ਘਟਨਾ ਬਾਬਾ ਜੀ ਨੇ ਦੱਸੀ ਸੀ ਕਿ 21 ਕੁੱਲਾਂ ਦੇ ਵਿੱਚੋਂ ਅਗਰ ਕੋਈ ਵੀ ਪ੍ਰਾਣੀ ਦੀ ਰੂਹ ਨਰਕ 'ਚ ਰਹਿ ਜਾਂਦੀ ਆ ਉਹਦਾ ਬੇਦਾਰ ਹੋ ਜਾਂਦਾ। ਸੋ ਇਹ ਘਟਨਾ ਜਿਹੜੀ ਸੀਗੀ ਇਹ ਨਿਹਾਲ ਸਿੰਘ ਹੁਣਾਂ ਨੇ ਸੁਪਨੇ 'ਚ ਦੇਖੀ ਸੀ ਕਿ ਉਹਦੀ ਦਾਦੀ ਕਿਵੇਂ ਨਰਕ ਤੋਂ ਛੁੱਟ ਕੇ ਦੁਬਾਰਾ ਫਿਰ ਸੁਰਗ ਦੇ ਵਿੱਚ ਚਲੇ ਗਈ ਸੀ। ਉਸ ਤੋਂ ਬਾਅਦ ਫਿਰ ਜਦ ਇਹ ਸੰਪਟ ਪਾਠ ਦਾ ਭੋਗ ਪਿਆ ਸੀਗਾ, ਭੋਗ ਪੈਣ ਤੋਂ ਬਾਅਦ ਫਿਰ ਨਿਹਾਲ ਸਿੰਘ ਹੁਣਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਉਹਨਾਂ ਮੈਂ ਆਪਣਾ ਕੋਈ ਕੰਮ ਖੋਲ੍ਹ ਲਵਾਂ। ਇਸ ਕਰਕੇ ਇਹਨਾਂ ਨੇ ਥੋੜ੍ਹੀ ਮਿਹਨਤ ਕਰਕੇ 3-4 ਹਜ਼ਾਰ ਰੁਪਈਆ ਜੋੜਿਆ ਸੀਗਾ। ਫਿਰ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਰਾਂਚੀ ਜਾ ਕੇ ਕੋਈ ਵਰਕਸ਼ਾਪ ਖੋਲ੍ਹਦੇ ਹਾਂ। ਫਿਰ ਇਹਨਾਂ ਨੇ ਆਪਣੇ 2-3 ਭਾਈਵਾਲ ਵੀ ਇਕੱਠੇ ਕੀਤੇ, ਉਹਨਾਂ ਨਾਲ ਗੱਲ ਕਰਕੇ ਤੇ ਫਿਰ ਇਹ ਜਿਹੜੇ 3-4 ਹਜ਼ਾਰ ਰੁਪਈਆ ਨਗਦ ਸੀਗਾ ਇਹ ਆਪਣੇ ਭਾਈਵਾਲਾਂ ਨੂੰ ਦੇ ਕੇ ਰਾਂਚੀ ਕੰਮ ਖੋਲ੍ਹਣ ਦੀ ਸਾਰੀ ਜਿਹੜੀ ਗੱਲਬਾਤ ਸੀ ਉਹਨਾਂ ਦੇ ਨਾਲ ਪੱਕੀ ਕਰ ਲਈ। ਜਦ ਪੱਕੀ ਕੀਤੀ ਇਸ ਤੋਂ ਬਾਅਦ ਭਾਈ ਨਿਹਾਲ ਸਿੰਘ ਹੁਣੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਪਹੁੰਚੇ
ਚਰਨਾਂ 'ਚ ਪਹੁੰਚ ਕੇ ਇਹ ਸਾਰੀ ਗੱਲਬਾਤ ਜਿਹੜੀ ਵਰਕਸ਼ਾਪ ਖੁੱਲ੍ਹਣ ਦੀ ਸੀ ਬਾਬਾ ਈਸ਼ਰ ਸਿੰਘ ਹੁਣਾਂ ਨਾਲ ਸਾਂਝੀ ਕੀਤੀ। ਅਤੇ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਦੇਖ ਭਾਈ ਠੀਕ ਆ, ਤੈਂ 2-3 ਭਾਈਵਾਲ ਆਪਣੇ ਨਾਲ ਕਰ ਲਏ ਆ, ਪਰ ਕੋਈ ਵੀ ਗੱਲ ਹੈ ਨਾ ਤੈਂ ਸੋਚ ਕੇ ਕਰਨੀ ਆ, ਸੋਚ ਕੇ ਹੀ ਪੈਰ ਧਰਨਾ ਹੈਗਾ, ਅਤੇ ਆਪਣੇ ਭਾਈਵਾਲ ਨਾਲ ਪੱਕੀ ਗੱਲ ਕਰਨੀ ਆ। ਬਾਅਦ ਦੇ ਵਿੱਚ ਕਿਸੇ ਕਿਸਮ ਦਾ ਕੋਈ ਰੌਲਾ ਨਾ ਪਵੇ, ਕੋਈ ਇਹ ਨਾ ਕਹੇ ਕਿ ਜਿਹੜੇ ਬਾਬੇ ਦੇ ਸੇਵਕ ਹੈਗੇ ਆ ਬਾਬਾ ਨੰਦ ਸਿੰਘ ਹੁਣਾਂ ਦੇ, ਉਹ ਬਾਅਦ ਦੇ ਵਿੱਚ ਠੱਗੀਆਂ ਕਰਦੇ ਆ। ਇਸ ਤੋਂ ਬਾਅਦ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ, ਆਪਣੇ ਜਿਹੜੇ 2-3 ਭਾਈਵਾਲ ਉਹਨਾਂ ਨੂੰ ਰਾਂਚੀ ਭੇਜ ਦੇ, ਅਸੀਂ ਜਾਣਾ ਹੈ ਕਲਕੱਤੇ, ਤੂੰ ਸਾਡੇ ਨਾਲ ਕਲਕੱਤੇ ਚੱਲ। ਉਸ ਤੋਂ ਬਾਅਦ ਫਿਰ ਨਿਹਾਲ ਸਿੰਘ ਹੁਣਾਂ ਨੇ ਜਦ 7 ਵਚਨ ਆਖਿਆ ਸੀਗਾ, ਪਰ ਜਦ ਬਾਬਾ ਜੀ ਨੇ ਹਜੇ ਕਲਕੱਤੇ ਜਾਣਾ ਸੀ ਤਾਂ ਭਾਈ ਨਿਹਾਲ ਸਿੰਘ ਹੁਣੀ ਜਿਹਨਾਂ ਨੂੰ ਕੋਈ ਆਪਣਾ ਕੋਈ ਜ਼ਰੂਰੀ ਕੰਮ ਉਹਨਾਂ ਦੇ ਪਿੰਡ ਮਨੂਕੇ ਪੈ ਗਿਆ ਸੀ, ਇਹ ਉੱਥੇ ਚਲੇ ਗਏ। ਬਾਬਾ ਈਸ਼ਰ ਸਿੰਘ ਜਿਹੜੇ ਸੀ ਉਹ ਕਲਕੱਤਾ ਪਹੁੰਚ ਗਏ। ਕਲਕੱਤੇ ਪਹੁੰਚ ਕੇ ਉੱਥੇ ਫਿਰ ਜਿਹੜਾ ਸੇਠ ਜੈਨ ਸੀਗਾ, ਸੇਠ ਜੈਨੀ, ਉਹਦੀ ਕੋਠੀ ਵਿੱਚ ਬਾਬਾ ਜੀ ਨੇ ਰਿਹਾਇਸ਼ ਕਰ ਲਈ। ਪਰ ਜਦੋਂ ਨਿਹਾਲ ਸਿੰਘ ਹੁਣਾਂ ਨੂੰ ਪਤਾ ਲੱਗਾ ਕਿ ਬਾਬਾ ਜੀ ਕਲਕੱਤੇ ਪਹੁੰਚ ਗਏ ਆ, ਨਿਹਾਲ ਸਿੰਘ ਜਿਹੜੇ ਸੀਗੇ ਬਾਬਾ ਜੀ ਦੇ ਪਿੱਛੇ ਕਲਕੱਤੇ ਚਲੇ ਗਏ। ਜਦ ਕਲਕੱਤੇ ਗਏ ਆ ਅਤੇ ਇਹਨਾਂ ਨੇ ਫਿਰ ਸਾਰੀ ਗੱਲਬਾਤ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਦੱਸੀ ਸੀ ਕਿ ਮੈਂ 3000 ਰੁਪਈਆ ਦੇ ਦਿੱਤਾ, ਪਰ ਰਾਂਚੀ ਸਾਨੂੰ ਕੋਈ ਟਿਕਾਣਾ ਨਹੀਂ ਮਿਲਿਆ, ਹਜੇ ਸਾਡਾ ਕੰਮਕਾਰ ਸ਼ੁਰੂ ਨਹੀਂ ਹੋਇਆ। ਜਦ ਇਹ ਤਾਂ ਗੱਲ ਕੀਤੀ ਸੀ, ਬਾਬਾ ਜੀ ਨੇ ਇੱਕ ਗੱਲ ਆਖੀ ਸੀ, ਕਹਿੰਦੇ ਨਿਹਾਲ ਸਿੰਘ ਦੇਖ, ਜ਼ਿੰਦਗੀ 'ਚ ਕਹਿੰਦੇ ਇੱਕ ਚੀਜ਼ ਯਾਦ ਰੱਖੀ, ਬਾਬੇ ਨਾਨਕ ਦਾ ਲੜ ਕਦੀ ਨਹੀਂ ਛੱਡਣਾ, ਅਤੇ ਜਿਹੜੇ ਪੁਰਾਣੇ ਧੰਨ ਗੁਰੂ ਨਾਨਕ ਸਾਹਿਬ ਦਾ ਲੜ ਨਹੀਂ ਛੱਡਦੇ ਹਨ, ਅਤੇ ਕਹਿੰਦੇ ਬਾਬਾ ਨਾਨਕ ਫਿਰ ਉਹਨਾਂ ਦੀ ਹੀ ਜਾਮਣੀ ਭਰਦੇ ਆ। ਇਹ ਤਾਤਕ ਦਾ ਉਪਦੇਸ਼ ਦੇ ਕੇ ਜਦ ਨਿਹਾਲ ਸਿੰਘ ਹੁਣਾਂ ਨੂੰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹ ਉਪਦੇਸ਼ ਦੇ ਕੇ ਨਿਹਾਲ ਹੀ ਕਰ ਦਿੱਤਾ। ਫਿਰ ਨਿਹਾਲ ਸਿੰਘ ਨੇ ਬੇਨਤੀ ਕੀਤੀ, ਬਾਬਾ ਜੀ ਵੀ ਤੁਸੀਂ ਹੈ ਨਾ ਰਾਂਚੀ ਜ਼ਰੂਰ ਆਵੋ, ਅਤੇ ਉੱਥੇ ਆ ਕੇ ਹੈ ਨਾ ਮੇਰਾ ਜਿਹੜੀ ਵਰਕਸ਼ਾਪ ਆ ਉੱਥੇ ਜ਼ਰੂਰ ਚਰਨ ਪਾਓ। ਬਾਬਾ ਜੀ ਨੇ ਕਿਹਾ ਸੀ ਠੀਕ ਆ, ਤੂੰ ਰਾਂਚੀ ਚੱਲ, ਅਸੀਂ ਜ਼ਰੂਰ ਪਹੁੰਚਾਂਗੇ। ਫਿਰ ਬਾਬਾ ਈਸ਼ਰ ਸਿੰਘ ਜੀ ਪਟਨਾ ਸਾਹਿਬ ਗੁਰਦੁਆਰੇ ਇੱਥੇ ਆ ਕੇ ਫਿਰ ਬਾਬਾ ਜੀ ਨੇ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਹਾਜ਼ਰੀ ਭਰੀ, ਕੀਰਤਨ ਸਰਵਣ ਕੀਤਾ। ਕੀਰਤਨ ਸਰਵਣ ਕਰਨ ਤੋਂ ਬਾਅਦ ਫਿਰ ਬਾਬਾ ਜੀ ਇੱਥੋਂ ਹੈ ਨਾ ਫਿਰ ਸਿੱਧੇ ਰਾਂਚੀ ਚਲੇ ਗਏ। ਰਾਂਚੀ ਗਏ, ਉੱਥੇ ਇੱਕ ਗੁਰਦੁਆਰੇ ਸਾਹਿਬ ਵਿੱਚ ਬਾਬਾ ਈਸ਼ਰ ਸਿੰਘ ਹੁਣਾਂ ਨੇ ਹਾਜ਼ਰੀ ਭਰੀ, ਅਤੇ ਬਾਬਾ ਈਸ਼ਰ ਸਿੰਘ ਦਾ ਆਉਣਾ ਸੁਣ ਕੇ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ। ਫਿਰ ਬਾਬਾ ਈਸ਼ਰ ਸਿੰਘ ਹੁਣੀ ਫਿਰ ਨਿਹਾਲ ਸਿੰਘ ਹੁਣਾਂ ਦੀ ਵਰਕਸ਼ਾਪ ਚਲੇ ਗਏ। ਜਦ ਉੱਥੇ ਚਰਨ ਪਾਏ ਅਤੇ ਆਲੇ ਦੁਆਲੇ ਜਿੰਨੇ ਹੋਰ ਵੀ ਕਰਮਚਾਰੀ ਸੀ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਈਸ਼ਰ ਸਿੰਘ ਹੁਣੀ ਪੰਜਾਬ ਤੋਂ ਆਏ ਆ, ਸੋ ਸੰਗਤਾਂ ਦਾ ਬੜਾ ਭਾਰੀ ਇਕੱਠ ਹੋ ਗਿਆ। ਇੱਥੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਬੜੇ ਸੁੰਦਰ ਪ੍ਰਵਚਨ ਜਿਹੜੇ ਸੀ ਕੀਤੇ ਸੀ। ਉਹਦੇ ਵਿੱਚ ਬਾਬਾ ਜੀ ਨੇ ਆਖਿਆ ਸੀਗਾ, ਦੇਖੋ ਭਾਈ, ਕਹਿੰਦੇ ਮਾਇਆ ਜਿਹੜੀ ਹੈ ਨਾ ਰੱਬ ਦੀ ਛਾਇਆ ਹੈਗੀ ਆ, ਅਤੇ ਜਿਹੜੇ ਛਾਇਆ ਨੂੰ ਫੜਦੇ ਆ, ਕਹਿੰਦੇ ਛਾਇਆ ਉਹਨਾਂ ਦੀ ਪਕੜ ਦੇ ਵਿੱਚ ਨਹੀਂ ਆਉਂਦੀ, ਪਰ ਹਾਂ ਜਿਹੜੇ ਸੂਰਜ ਵੱਲ ਮੂੰਹ ਕਰਕੇ ਤੁਰਦੇ ਆ, ਇਹ ਛਾਂ ਉਹਨਾਂ ਦੇ ਪਿੱਛੇ ਆਪਣੇ ਆਪ ਹੀ ਜਾ ਜਾਂਦੀ। ਭਾਵ ਕੀ ਆ ਕਿ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸੱਜਣ ਜੁੜਦੇ ਆ, ਉਹਨਾਂ ਦੇ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਹੀਂ ਪੈਂਦਾ। ਬਾਬਾ ਜੀ ਨੇ ਬਚਨ ਕੀਤੇ ਸੀ, 4 ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ, ਅਤੇ ਜਿਸ ਧਨ ਕੋ 4 ਕੁੰਠ ਉਠਤਾਵੇ ਸੋ ਧਨ ਹਰ ਸੇਵਾ ਤੇ ਪਾਵੇ। ਇਹ ਤਾਂ ਜਿਹੜੇ ਸੀ ਬਚਨ ਸੰਗਤਾਂ ਨੂੰ ਸੁਣਾਏ ਸੀ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇੱਥੇ ਹੈ ਨਾ ਫਿਰ ਸਾਲਸਰਾਈ ਜੋਹਰੀ ਦੀ ਜਿਹੜੀ ਕਥਾ ਸੀਗੀ ਉਹ ਵੀ ਸੰਗਤਾਂ ਨੂੰ ਸੁਣਾਈ ਸੀਗੀ। ਉਹਦੇ ਵਿੱਚ ਬਾਬਾ ਜੀ ਨੇ ਦੱਸਿਆ ਸੀਗਾ ਕਿ ਕਿਵੇਂ ਸਾਲਸਰਾਈ ਜੋਹਰੀ ਨੇ ਜਦ ਉਸ ਹੀਰੇ ਦੇ ਦਰਸ਼ਨ ਕੀਤੇ ਸੀ ਤਾਂ ਉਸ ਹੀਰੇ ਦੀ ਦਰਸ਼ਨ ਭੇਟਾ ਦਿੱਤੀ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਬਾਬਾ ਈਸ਼ਰ ਸਿੰਘ ਹੁਣਾਂ ਨੇ ਜ਼ਿੰਦਗੀ 'ਚ ਇਹ ਆਖਿਆ ਸੀਗਾ ਕਿ ਅਗਰ ਤੁਸੀਂ ਹੈ ਨਾ ਪੈਸੇ ਕਰਕੇ ਆਪਣਾ ਕੋਈ ਵੀ ਕਰਮ ਕਰੋਗੇ ਤਾਂ ਫਿਰ ਉਹ ਜਿਹੜਾ ਪੈਸਾ ਹੈਗਾ ਉਹ ਤੁਹਾਡੀ ਜੇਬ ਦੇ ਵਿੱਚ ਕਦੀ ਜਮ੍ਹਾਂ ਨਹੀਂ ਹੋਊਗਾ, ਕਿਉਂਕਿ ਪੈਸੇ ਤੋਂ ਪੈਸਾ ਕਮਾਉਣ ਦਾ ਲਾਲਚ ਤੁਹਾਡੇ ਅੰਦਰ ਹੋਦ ਵੱਜ ਜਾਊਗਾ। ਪਰ ਜੇ ਪੈਸੇ ਨੂੰ ਗੁਜ਼ਰਾਨ ਦੇ ਤੌਰ 'ਤੇ ਅਸੀਂ ਇਸਤੇਮਾਲ ਕਰਾਂਗੇ ਤਾਂ ਫਿਰ ਕਹਿੰਦੇ ਭਾਈ ਪੈਸਾ ਗੁਜ਼ਰਾਨ ਬਣ ਕੇ ਤੁਹਾਡੀ ਸੇਵਾ ਵੀ ਕਰੂਗਾ, ਅਤੇ ਤੁਸੀਂ ਨਾਮ ਬਾਣੀ ਦਾ ਜਾਪ ਵੀ ਆਪਣੇ ਅੰਦਰ ਵਸਾ ਸਕਦੇ ਆ। ਸੋ ਇਹ ਤਾਂ ਆਦਿਕ ਉਪਦੇਸ਼ ਦੇ ਕੇ ਬਾਬਾ ਈਸ਼ਰ ਸਿੰਘ ਹੁਣੀ ਜਿਹੜੇ ਸੀਗੇ ਉੱਥੋਂ ਰਾਂਚੀ ਤੋਂ ਵਾਪਸ ਫਿਰ ਨਾਨਕਸਰ ਕਲੇਰੀ ਪਹੁੰਚ ਗਏ ਸੀਗੇ। ਫਿਰ ਭਾਈ ਨਿਹਾਲ ਸਿੰਘ ਜਿਹੜੇ ਸੀਗੇ ਇਹ ਮਹਾਂਪੁਰਖਾਂ ਦੀ ਇਸ ਤਰ੍ਹਾਂ ਸੰਗਤ ਕਰਦੇ ਬੜੇ ਪ੍ਰਸੰਨ ਹੋਏ, ਅਤੇ ਆਪਣੀ ਜਿਹੜੇ ਜੀਵਨ ਦੀ ਚੜ੍ਹਦੀ ਕਲਾ ਉਹਨਾਂ ਨੇ ਫਿਰ ਨਾਮ ਭਜਨ ਸਿਮਰਨ ਕਰਕੇ ਬਤਾਉਣੀ ਸ਼ੁਰੂ ਕਰ ਦਿੱਤੀ। ਸੋ ਦੱਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।